ਤੇ ਆਣਾ ਤੇ जम्मना ते मरना समाप्त हो गया। जिस इंसान ने ये नहीं सोचा कि मैं जन्म लिया और मैं कितना छोटा जिहा सी गोदी चकदे सी माता पिता, फिर मैं 5 साल का होया, 10-20 का होया, 40-60 का होया, 60-80 का हो गया। महाराज जी कहते एक ना एक दिन तो फिर संसार के अंदरों जीव ने जाना ही हुंदा। इस करके वो खेत विच की बीजना, महाराज कहते कर्म भूम में बोवो नाम। ये शरीर जिहड़ा कर्म भूम है, शरीर खेत जो बीजे अंत खिलाए, कर्म भूम में बोवो नाम। ਇਹਦੇ ਵਿੱਚ ਨਾਮ ਦਾ ਬੀਜ ਬੀਜਣਾ, ਮਨ ਹਾਲੀ, ਮਨ ਨੂੰ ਹਾਲੀ ਬਣਾਉਣਾ। ਹਾਲੀ ਕਹਿੰਦੇ ਨੇ ਉਦਮੀ ਬੰਦਾ। ਸਵੇਰੇ ਪੁਰਾਣੇ ਲੋਕ 3 ਵਜੇ ਉੱਠ ਕੇ ਹਲ ਵਾਹੁਣ ਜਾਂਦੇ ਸੀ। ਅੰਮ੍ਰਿਤ ਵੇਲੇ ਦਾ ਜਾਗਣਾ, ਕਿਰਸਾਣੀ, ਲੋਕ ਕਿਰਸਾਨੀ ਖੇਤੀ ਕਰਦੇ ਸੀ। ਇੱਧਰ ਖੇਤੀ ਕਾਹਦੀ? ਭਗਤੀ ਦੀ। ਸ਼ਰਮ ਪਾਣੀ, ਸ਼ਰਮ ਦਾ ਪਾਣੀ ਦੇਣਾ, ਮਾੜੇ ਕੰਮਾਂ ਤੋਂ ਸ਼ਰਮ ਕਰਨੀ। ਦੂਸਰਾ ਅੱਖਰ ਪੈਰ ਵਿੱਚ ਜੇ ਰਾਰਾ, ਜੇ ਸ਼ਰਮ, ਉਹ ਤੋਂ ਵੀ ਅਰਥ ਭਾਵ ਸ਼ਰਮ ਮਿਹਨਤ ਨੂੰ ਕਹਿੰਦੇ ਨੇ, ਪਰ ਇੱਥੇ ਸ਼ਰਮ ਮਾੜੇ ਕੰਮਾਂ ਤੋਂ, ਸ਼ਰਮਖੰਡ ਵਿੱਚ ਪ੍ਰਵੇਸ਼ ਕਰਨਾ, ਜਿਹਦੇ ਵਿੱਚ ਮਹਾਰਾਜ ਨੇ ਕੁਰੈਤਾਂ ਤੋਂ ਰੋਕਿਆ ਵੀ ਆਹ ਕੁਰੈਤਾਂ ਨਹੀਂ ਕਰਨੀਆਂ। ਸਧਾਰਨ ਜੀਵਨ ਜਿਹੜਾ ਹੈ, ਜਿਵੇਂ ਮਹਾਰਾਜ ਨੇ ਬਖਸ਼ਿਸ਼ ਕੀਤੀ, ਪਾਰ ਤਰਿਆ ਰੂਪ ਨਾ ਪੇਖੈ ਨੇਤਰ, ਸਾਧ ਕੀ ਟਹਿਲ ਸੰਤ ਸੰਗ ਹੇਤ, ਕਰਨ ਨਾ ਸੁਨੈ ਕਾਹੂ ਕੀ ਨਿੰਦਾ, ਸਭ ਤੇ ਜਾਣੈ ਆਪਸ ਕੋ ਮੰਦਾ, ਗੁਰ ਪ੍ਰਸਾਦ ਵਿਖਿਆ ਪਰ ਹਰੈ, ਮਨ ਕੀ ਬਾਸਨਾ ਮਨ ਤੇ ਟਰੈ, ਇੰਦਰੀ ਜਿੱਤ, ਅੱਖਾਂ ਨੂੰ ਜਿੱਤ ਆਪਣੀਆਂ, ਕੰਨਾਂ ਨੂੰ ਜਿੱਤ, ਜ਼ੁਬਾਨ ਨੂੰ ਜਿੱਤ, ਵਿਕਾਰਾਂ ਨੂੰ ਜਿੱਤ, ਹੱਥਾਂ ਪੈਰਾਂ ਨੂੰ ਜਿੱਤ, ਕਾਬੂ ਕਰ, ਇਹਨਾਂ ਨੂੰ ਕੰਟਰੋਲ ਕਰ। ਇਹ ਜੇ 5 ਜੇ ਕਰਮ ਇੰਦਰੇ ਨੇ, 5 ਗਿਆਨ ਇੰਦਰੇ ਨੇ, ਜੇ ਇਹ ਸਾਡੇ ਕੰਟਰੋਲ ਵਿੱਚ ਨਹੀਂ ਆਉਂਦੇ ਹਨ, ਕਾਬੂ ਵਿੱਚ ਨਹੀਂ ਆਉਂਦੇ ਹਨ, ਇਹਨਾਂ ਬਾਰੇ ਆਸਾ ਜੀ ਦੀ ਵਾਰ ਜੇ ਸਰਵਣ ਕਰਦੇ ਹੋ ਰੋਜ਼, ਬਹੁਤ ਕੁਝ ਦੱਸਿਆ। ਅੱਖੀਂ ਸੂਤਕ ਵੇਖਣਾ ਪਰਤੈ ਪਰ ਤਨ ਰੂਪ, ਕੰਨੀ ਸੂਤਕ ਕੰਨ ਪੈ ਲਾਏ ਤਬਾਰੀ ਖਾਹਿ, ਨਾਨਕ ਹੰਸਾ ਆਦਮੀ ਬੱਧੇ ਜੰਪੁਰ ਜਾਹਿ। ਜੇ ਆਪਾਂ ਰੋਜ਼ ਸਵੇਰੇ ਆਨੰਦ ਸਾਹਿਬ ਦਾ ਪਾਠ ਕਰਦੇ ਆ, ਨੇਤਰੋ ਮੇਰਿਓ, ਪਹਿਲਾਂ ਰਸਨਾ ਤੋਂ ਸ਼ੁਰੂ ਕਰਦੇ। ਰਸਨਾ ਤੂੰ ਅਨਰਸ ਰਾਚ ਰਹੀ, ਤੇਰੀ ਪਿਆਸ ਨਾ ਜਾਏ, ਪਿਆਸ ਨਾ ਜਾਏ ਹੋਰਤ ਕੀਤਾ, ਜਿਚਰ ਹਰ ਰਸ ਪੱਲੇ ਨਾ ਪਾਏ, ਹਰ ਰਸ ਪਾਏ ਪੱਲੇ ਪੀਏ ਹਰ ਰਸ, ਬਹੁੜ ਨਾ ਤ੍ਰਿਸ਼ਨਾ ਲਾਗੈ ਆਏ, ਇਹੋ ਹਰ ਰਸ ਕਰਮੀ ਪਾਈਐ, ਸਤਿਗੁਰ ਮਿਲੈ ਜਿਸਾਏ, ਕਹਿ ਨਾਨਕ ਹੋਰ ਅਨਰਸ ਸਭ ਵਿਸਰੇ, ਜਾ ਹਰ ਵਸੈ ਮਨ ਆਏ। ਦੁਨਿਆਵੀ ਰਸ ਭਾਵੇਂ 100 ਹੋਵੇ, ਭਾਵੇਂ 500 ਹੋਵੇ, ਭਾਵੇਂ 1000 ਹੋਵੇ, ਭਾਵੇਂ ਲੱਖ ਹੋਵੇ, ਜਦੋਂ ਤੁਸੀਂ ਦੁਨਿਆਵੀ ਰਸ ਲੈ ਰਹੇ ਹੋ, ਉਦੋਂ ਆਤਮਿਕ ਰਸ ਨਹੀਂ ਆਉਂਦਾ। 10ਵੇਂ ਪਾਤਸ਼ਾਹ ਨੇ ਖਾਲਸੇ ਦੀ ਡੈਫੀਨੇਸ਼ਨ ਜਿਹੜੀ ਦੱਸੀ ਆ, ਆਤਮ ਰਸ ਜਿਹ ਜਾਨ ਹੀ ਸੋ ਹੈ ਖਾਲਸ ਦੀ, ਪ੍ਰਭ ਮੈਂ ਮੋਹ ਮੈਂ ਤਾਸ ਮੈਂ ਰੰਚਕ ਨਾਹੀ ਭੇਵ। ਮਹਾਰਾਜ ਨੇ ਬਾਣੀ ਦੇ ਅੰਦਰ ਕੁਝ ਰਸ ਦੱਸੇ ਨੇ। ਸਤਿਗੁਰੂ ਕਹਿੰਦੇ ਨੇ ਏਤੇ ਰਸ ਸਰੀਰ ਕੇ ਕਹਿ ਘਟ ਨਾਮ ਨਿਵਾਸ। ਜਿਹੜੇ ਰਸ ਨੇ ਆਪਣੇ, ਜਿਤਨੇ ਵੀ ਆਪਾਂ ਸੰਸਾਰ ਵਿੱਚ ਰਸ ਲੈਂਦੇ ਆ, 5 ਦੋਖ ਨੇ, ਸ਼ਬਦ ਸਪਰਸ ਰਸ ਰੂਪ ਗੰਧ ਸ਼ਬਦ ਹੁੰਦੇ। ਇੱਥੇ ਦੂਸਰਾ ਸ਼ਬਦ ਨਹੀਂ ਬਾਣੀ ਦਾ, ਇੱਥੇ ਜਿਹੜੀ ਗੱਲ ਹੈ ਸ਼ਬਦ ਹੁੰਦੀ ਵਿਕਾਰਾਂ ਦੀਆਂ ਗੱਲਾਂ ਕਰਨੀਆਂ, ਗੱਲਾਂ ਬਾਤਾਂ, ਔਰ ਹਰ ਵਕਤ ਇਹ ਗੰਦੇ ਗਾਣੇ ਸੁਣਨੇ। ਸਪਰਸ਼ ਚਮੜੀ ਦਾ ਹੁੰਦਾ, ਰਸ ਲੈਣਾ ਜੀਭ ਦੇ ਨਾਲ, ਰੂਪ ਅੱਖਾਂ ਦਾ ਰਸ ਹੈ, ਰੂਪ ਦੇਖਣਾ। ਗੰਧ ਨੱਕ ਦੇ ਰਾਹੀਂ ਤਰ੍ਹਾਂ ਤਰ੍ਹਾਂ ਦੀਆਂ ਖੁਸ਼ਬੂਆਂ ਲੈਣੀਆਂ। ਮਹਾਰਾਜ ਕਹਿੰਦੇ ਨੇ ਇਹ ਕਿਹੜੇ ਰਸ ਨੇ? ਇਹਨਾਂ ਵਿੱਚੋਂ ਆਤਮਿਕ ਰਸ ਤਾਂ ਕੋਈ ਹੈ ਹੀ ਨਹੀਂ। ਮਹਾਰਾਜ ਕਹਿੰਦੇ ਰਸ ਸੋਇਨਾ ਰਸ ਰੂਪਾ ਕਾਮਣ
सोने का रस है, केवल रस है बस। सोना जिन्ना मर्जी पा लो, कितना मर्जी रख लो, वो रस है एक मेरे पास सोना है। सोना किसी तरह की संसारी मदद माड़ी मोटी औखे वेले वेचता, चलो 4 पैसे आए, करजा लाता या सुहप्पण लई पाया गया। महाराज कहते रस सोना रस रूपा, चांदी नूं कहते चांदी का रस है एक, कामन इस्त्री का रस है। रस परमल, परमल चंदन नूं कहते ने, चंदन का भाव परफ्यूम आदि खुशबूआं लाउणियां, ये भी जिहड़ा है नक का रस है। रस सोना शरीर का, रूपा चांदी भी शरीर ते पाई जाती। कामन विषयां का रस हो गया, रस परमल चंदन का रस, अतर फलेल आदि छिड़कने, ये सारे जिहड़े रस ने। रस घोड़े, घोड़े रथ गड्डियां आदि, मोटर स्कूटर हो गए, कारां हो गईयां, जहाज। महाराज कहते ये सारे प्रकार का किहड़ा रस है? शरीर है, शरीर नाल आपां ये रस भोगदे सारे। चाहे वो गड्डियां 'च बहना है, ठीक है, वो सुख दे भी साधन बन गए ने। महाराज सच्चे पातशाह कहते रस परमल की वास, रस घोड़े। सो रस घोड़े, घोड़े जिहड़े हुंदे ने, रस घोड़े, रस सेजा मंदिर, सेजा का रस लिया, मंदिर का रस लेना, घर बनाने, रस मीठा, मिठास दे रस लैने, ये जबान दे रस सारे। मास, मास तक रस। महाराज कहते ये जिहड़े एते रस इंसान लैंदा, ये शरीर के रस है। ਇਹਦੇ ਵਿੱਚ ਹੁਣ कोई रस आत्मक रस नहीं है। ये आत्मक रस लैना जिहड़ा, आत्मक रस लई सतगुरु महाराज आपां नूं इस करके समझाउंदे ने कि ये रसना तू अनरस राच रही। ये शरीरा मेरे आ, शरीर नूं भी समझाया, ये नेत्रो मेरे हो, ये श्रवणों मेरे हो। जदों सवेरे उठ के श्री आनंद साहब का आपां पाठ करते हैं, उस वक्त ये हौली हौली पाठ करके वो विचों सेध लैंदे हैं। लब लोभ अहंकार ताज तृष्णा बहुत नाही बोलना, वो एक सेध मिलदी। वास्तव दे विच जिंदगी का सारा सिद्धांत जपजी साहब के आरंभ विच हो जाता। आरंभ हुक्मी होवन आकार, हुक्म ना कहया जाई, हुक्मी होवन जीय, हुक्म मिले वडियाई। वडियाई भी हुक्म विच ही मिलती है किसी इंसान नूं। हुक्मी उत्तम नीच, उत्तम तो नीच बन जाना, उत्तम बन जाना। हुक्म लिख दुख सुख पाइया है, दुख ते सुख की प्राप्ति। एक ना हुक्मी बख्शीस, एक हुक्मी सदा भवाइया है। हुक्म है अंदर सबको, बाहर हुक्म ना कोय। नानक हुक्म जे बुझै तां हउमै कहे ना कोई। क्यों आपां जे विचार के देखिए, ये ਜਿਹੜੇ ਆਪਾਂ ਵਿਚਾਰ ਸਾਂਝੇ ਕਰ ਰਹੇ ਹਾਂ, ਇਹ ਤੁਹਾਨੂੰ ਆਉਂਦੇ ਨੇ ਸਾਰੇ। ਤੁਸੀਂ ਕਹੋਗੇ ਇਹ ਸਾਨੂੰ ਪਤਾ ਹੈ, ਪਰ ਕਦੇ ਕਦੇ ਇਹ ਦੁਬਾਰਾ ਵੀ ਵਿਚਾਰ ਕਰ ਲੈਣੇ ਚਾਹੀਦੇ ਨੇ। ਕਿਉਂਕਿ ਜਪਜੀ ਸਾਹਿਬ ਜਿੰਨੀ ਸਪੀਡ ਨਾਲ ਸਵੇਰੇ ਪੜ੍ਹਿਆ ਸੀ ਕਿਸੇ ਨੇ, ਉਹਨੇ ਉਹਨੂੰ ਪੱਲੇ 'ਚ ਨਹੀਂ ਪਾਇਆ ਆਪਣੇ 'ਚ, ਉਹਨੇ ਸਿਰਫ ਪੜ੍ਹਿਆ ਹੀ ਹੈ। ਉਹਦੇ ਲਈ ਜਦੋਂ ਆਪਾਂ ਉਹਨੂੰ ਵਿਚਾਰ ਦੁਆਰਾ ਪੜ੍ਹਦੇ ਹਾਂ, ਕਿਸੇ ਵੀ ਬਾਣੀ ਨੂੰ ਜਿੰਨੀ ਵਿਚਾਰ ਦੁਆਰਾ ਪੜ੍ਹੀਏ, ਉਨਾ ਹੀ ਬਾਣੀ ਫਿਰ ਮਨ ਦੇ ਉੱਤੇ ਡੂੰਘਾ ਅਸਰ ਕਰਦੀ। ਇਸੇ ਕਰਕੇ ਆਪਾਂ ਜਪਜੀ ਸਾਹਿਬ ਦੇ ਅਰਥਾਂ ਨੂੰ ਪੜ੍ਹੀਏ। ਅੱਗੇ ਬਾਣੀਆਂ ਦੇ ਸਾਰੇ ਅਰਥ ਪੜ੍ਹਦੇ ਹੋਏ ਗੁਰੂ ਸਾਹਿਬ ਕਿਰਪਾ ਕਰਨ, ਉਹਨਾਂ ਨੂੰ ਵਿਚਾਰ ਦੁਆਰਾ ਹੌਲੀ ਹੌਲੀ ਪੜ੍ਹਦੇ ਹੋਏ ਆਪਣੇ ਮਨ ਦੇ ਉੱਤੇ ਅਸਰ ਪਾਈਏ। ਤਾਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿਤਨੇ ਰਸ ਤੁਸੀਂ ਲੈਂਦੇ ਹੋ ਸੰਸਾਰ ਦੇ, ਇਤੇ ਰਸ ਸਰੀਰ ਕੇ ਕਹਿ ਘਟ ਨਾਮ ਨਿਵਾਸ। ਨਾਮ ਦਾ ਨਿਵਾਸ ਹਿਰਦੇ 'ਚ ਕਰਨ ਲਈ ਬਾਕੀ ਦੇ ਸਾਰੇ ਰਸਾਂ ਦਾ ਜੀਵ ਹੌਲੀ ਹੌਲੀ ਤਿਆਗ ਕਰਦਾ। ਸਾਰੇ ਜਾਣੇ ਨਹੀਂ ਕਰਦੇ ਹੁੰਦੇ, ਸਿਰਫ ਕੌਣ ਕਰਦਾ? ਜਿਨ੍ਹਾਂ ਨੇ ਇਹ ਇੱਛਾ ਪ੍ਰਗਟ ਕੀਤੀ ਕਿ ਮੈਂ ਹੋਰ ਦਾ ਸਾਰੇ ਰਸ ਵੇਖ ਲਏ ਨੇ, ਹੁਣ ਮੈਂ ਨਾਮ ਦਾ ਰਸ ਲੈ ਕੇ ਦੇਖਣਾ। ਜੇ ਨਾਮ ਦੇ ਰਸ ਲੈਣ ਦੀ ਇੱਛਾ ਹੋ ਜਾਵੇ ਤਾਂ ਮਹਾਰਾਜ ਕਹਿੰਦੇ ਫਿਰ ਦੂਜੇ ਰਸਾਂ ਨੂੰ ਛੱਡ ਕੇ ਜੀਵ
सिर्फ नाम का रस लैण लई तैयार होके तुरे। ताइयों सतगुरु ने आपां नूं सेवा लई हुक्म कीता, क्योंकि सेवा करत होए नेकामी तिसको होत प्रापत स्वामी। जदों भी आपां गुरु साहब की सेवा करते दो तरह नाल करते हैं, एक तो इच्छा करके, एक निरिछत सेवा है। जदों जदों आपां सेवा करते हैं, सेवा चाहे वह बाणी पढ़न दी है, चाहे वह कीर्तन दी है, चाहे वह कथा दी है, चाहे गुरु घर दी है, चाहे माया करके है, चाहे शरीर करके है, किसी तरह की सेवा की इच्छा दे नाल। जिन्हां ने कोई भी दान पुण्य किया, उन्हें मंगिया महाराज किरपा करियो, मैं इन्ना दान कर रहा, मैनू 100 गुणा होके मिले, उन्हें मिल जाता, लख गुणा भी मिल जाता। पर कई जिहड़े जीव ने अपने विचों वो सेवा दिखा के भी नहीं करते, चुप करके सेवा कर जाते हैं, किसी नूं पता भी नहीं लगता, वो कदे चितारदा भी नहीं, मन दे अंदर कदे सोचिया भी नहीं मैं इत्थे सेवा करके, वो भुल ही जाता। वो की कहंदा है, मेरा मुझ में किछ नहीं, जो किछ है सो तेरा, तेरा तुझको सौंपते क्या लगा मेरा। महाराज मेरा की सी, जदों मैं इत्थे आया सी दुनिया विच, मेरे कोल की सी, जद इस देश विच आए सी, की लैके आए सी, सब कुछ आप जी का दिता होया है। तेरो किया तुझे क्या अर्पों, नाम तेरा तू ही चवर टोलारे। महाराज आप दा दिता होया सब कुछ है, तो मैं कोई इच्छा नहीं करता, मैं सिर्फ एक गुरसिख होने का फर्ज अदा किया कि तुसी मैनू बहुत कुछ दिता, मैं उहदे विचों 10वां हिस्सा कढ़ के लैके आया। जदों असी दसवंध कढ़दे हैं, कोई एहसान नहीं करते, उहदा दसवंध है गुरु दा ही हुंदा, दे दिता। हाँ आनंद तो इस गल विच है कि 10 हिस्से की बजाय 10% जिन्हें 20 कढ़िया है, उत्थे फिर किरपा शुरू होंदी। 15% 20% प्रैक्टिकली लाइफ दसदा मैं ये गल। जदों भी कोई इंसान सानू दसवंध बारे पुछदे ने, कहणगे जी पहला सारे बिल पे कर दिए, कर करा के जे जिन्ने बचणगे, तो बचना ही कुछ नहीं। $100 जे बचिया 1000 चों, 1500 2000 चों, कहने फिर 100 चों $10 कढ़ दिए। गुरु साहब ते यह शंका वाली गल हो गई, गुरु की समर्था ते शंका हो गई कि जे 2000 चों 200 कढ़िया तो महाराज ने दसवंध जे लिया भी है, तिन्ना लोकां दा मालक जो है उन्हें साडा पैसा रखना नहीं हुंदा, ਉਹਦਾ साडी किरत नूं सफला करदे ने। घाल खाए किश हत्थों दे, नानक राहो पछाणे से। महाराज साडे पैसे लैके, क्योंकि वो चंगे मुख जांदे गोलक च आए ने, लंगर बनिया, लंगर 500 जाने ने छकिया, 500 जाने ने मुख विच प्रसादा पाउण वेले आख्या सतनाम श्री वाहिगुरू। वो 500 वारी वाहिगुरू अखर किया गया, ਉਹਦੇ ਵਿੱਚ ਜਿਹੜਾ ਸਾਡਾ ਕਿਣਕ ਆ ਉਹਦਾ ਸਾਨੂੰ ਵੀ ਫਾਇਦਾ ਹੋਣਾ, ਉਹ ਗੁਰੂ ਨੂੰ ਪ੍ਰਵਾਨ ਹੁੰਦਾ। ਮਹਾਰਾਜ ਸੱਚੇ ਪਾਤਸ਼ਾਹ ਇਸ ਕਰਕੇ ਕਹਿੰਦੇ ਨੇ, ਜਿਹੜਾ 20 ਰੁਪਿਆਂ ਦਾ ਸੌਦਾ ਗੁਰੂ ਨਾਨਕ ਸਾਹਿਬ ਨੇ ਕੀਤਾ ਸੀ, ਮਹਾਰਾਜ ਕਹਿੰਦੇ ਇਸੇ ਕਰਕੇ 20 ਰੁਪਏ ਨਾਲ ਉਹਨਾਂ ਨੇ ਭੁੱਖਿਆਂ ਨੂੰ ਪ੍ਰਸ਼ਾਦਾ ਛਕਾਇਆ, ਉਹਦੇ ਨਾਲ ਹੀ ਉਹ ਸਾਰਾ ਲੰਗਰ ਅੱਜ ਵੱਧਦਾ ਗਿਆ। ਅੱਜ ਵੀ ਆਪਾਂ ਉਹੀ ਕਰਮ ਕਰਦੇ ਹਾਂ, ਦਸਵੰਧ ਕੱਢਦੇ ਹਾਂ, ਗੁਰੂ ਸਾਹਿਬ ਦੀ ਸੇਵਾ ਵਿੱਚ ਇਮਾਰਤਾਂ ਵਿੱਚ ਲੱਗਦਾ, ਉਹ ਸਾਰੀ ਜਿਹੜੀ ਸੇਵਾ ਉਹਦੇ ਵਿੱਚੋਂ ਵੀ ਆਪਾਂ ਨੂੰ ਫਲ ਮਿਲਦਾ। ਸੇਵਾ ਵਿੱਚ ਵੱਧ ਕੇ ਹਿੱਸਾ ਪਾਉਣ ਦੇ ਨਾਲ ਆਪਾਂ ਨੂੰ ਹੋਰ ਕਿਰਪਾ ਹੁੰਦੀ। ਤਾਈਓ ਸਤਿਗੁਰੂ ਨੇ ਕਿਹਾ ਗੁਰ ਸੇਵਾ ਤੇ ਸੁਖ ਉਪਜਾਏ। ਇੱਕ ਤਾਂ ਗੁਰੂ ਦੀ ਸੇਵਾ ਕਰਨ ਨਾਲ ਸੁੱਖ, ਕੱਖੇ ਨੂੰ ਔਂਕੜ ਸੁੱਖ, ਆਤਮਕ ਆਨੰਦ, ਜਿਹੜਾ ਸੰਸਾਰ ਦਾ ਸੁੱਖ ਹੈ ਇਹ ਵੀ ਪੈਦਾ ਹੋ ਜਾਂਦਾ। ਫਿਰ ਦੁੱਖ ਨਾ ਲੱਗਾ ਆਏ, ਜੰਮਣ ਮਰਨ ਦਾ ਦੁੱਖ, ਦੁੱਖ ਵਿਛੋੜਾ, ਇੱਕ ਦੁੱਖ ਭੂਖ। ਵਿਛੋੜਾ ਸੰਸਾਰੀ ਵੀ ਹੋ ਸਕਦਾ, ਵਿਛੋੜਾ ਇੱਥੇ ਪਰਮੇਸ਼ਰ ਦਾ ਪਹਿਲਾਂ ਹੀ ਹੋਇਆ ਹੋਇਆ। ਆਪਾਂ ਨੂੰ ਬਹੁਤ ਜਨਮ ਵਿਛੜੇ ਥੇ ਮਾਧ ਹੋਏ, ਜਨਮ ਤੁਮਾਰੇ ਲੇਖੇ।
ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਵਿਛੋੜਾ ਹੈ ਪਰਮੇਸ਼ਰ ਦਾ, ਆਤਮਾ ਤੇ ਪਰਮਾਤਮਾ ਦਾ ਆਪਸ ਵਿੱਚ ਵਿਛੋੜਾ। ਉਹ ਆਪਾਂ ਚਾਹੁੰਦੇ ਹਾਂ ਕਿ ਸੇ ਸੰਜੋਗ ਕਰੋ ਮੇਰੇ ਪਿਆਰੇ, ਜਿਤ ਰਸਨਾ ਹਰ ਨਾਮ ਉਚਾਰੇ। ਇਸ ਕਰਕੇ ਉਹ ਜਿਹੜਾ ਆਤਮਿਕ ਸੰਜੋਗ ਚਾਹੁੰਦੇ ਆ ਪਰਮਾਤਮਾ ਦੇ ਨਾਲ, ਦੁੱਖ ਵਿਛੋੜਾ, ਇੱਕ ਦੁੱਖ ਭੂਖ, ਭੁੱਖ ਦਾ ਵੀ ਦੁੱਖ ਹੈ, ਇੱਕ ਦੁੱਖ ਸਖਤ ਵਾਰ ਜਮਦੂਤ, ਜਮਦੂਤਾਂ ਦਾ ਦੁੱਖ ਵੀ ਕਿਹਾ ਬਾਣੀ ਨੇ। ਇੱਕ ਦੁੱਖ ਰੋਗ ਲੱਗਾ ਤਨ ਧਾਏ, ਇੱਕ ਬਿਮਾਰੀ ਦਾ ਲੱਗ ਜਾਣਾ, ਆਦਿ ਵਿਆਧੀ ਉਪਾਧੀ ਦਾ ਖੜੇ ਹੋ ਜਾਣਾ। ਮਹਾਰਾਜ ਕਹਿੰਦੇ 4 ਪ੍ਰਕਾਰ ਦਾ ਦੁੱਖ ਹੈ, ਗੁਰ ਸੇਵਾ ਤੇ ਸੁਖ ਉਪਜਾਏ। ਸਰੀਰਕ ਸੁਖ, ਆਤਮਿਕ ਸੁਖ, ਸਾਰੇ ਹੀ ਸੁਖ ਗੁਰੂ ਦੀ ਸੇਵਾ ਤੋਂ ਪ੍ਰਾਪਤ ਹੁੰਦੇ ਨੇ। ਫਿਰ ਦੁੱਖ ਨਾ ਲੱਗਾ ਆਏ, ਜੰਮਣ ਮਰਨਾ ਮਿਟ ਗਿਆ ਕੱਲ ਹੈ। ਉੱਥੇ ਕਾਲ ਦਾ ਕੋਈ, ਮੌਤ ਦਾ ਕੋਈ ਬਸ ਨਹੀਂ ਚੱਲਦਾ, ਕਿਉਂਕਿ ਮਹਾਰਾਜ ਕਹਿੰਦੇ ਜਿੱਥੇ ਸ਼ਬਦ ਹੈ ਉੱਥੇ ਕਾਲ ਨਹੀਂ ਪਹੁੰਚ ਸਕਦਾ, ਕਿਉਂਕਿ ਕਾਲ ਸ਼ਬਦ ਤੋਂ ਡਰਦਾ, ਕਿਉਂਕਿ ਕਾਲ ਸ਼ਬਦ ਦੇ ਅਧੀਨ ਹੈ। ਹੁਣ ਆਪਾਂ ਕਹਿੰਦੇ ਸ਼ਬਦ ਵਿੱਚ ਬਹੁਤ ਤਾਕਤ ਹੈ, ਸ਼ਬਦ ਨੂੰ ਵੀ ਢੰਗ ਨਾਲ ਪ੍ਰਾਪਤ ਕਰਨਾ। ਹੁਣ ਜੇ ਆਪਾਂ ਇਹ ਵਿਚਾਰ ਕਰਕੇ ਦੇਖੋ ਬਈ ਸ਼ਬਦ ਸਾਨੂੰ 5 ਪਿਆਰਿਆਂ ਦੇ ਰਾਹੀਂ ਹੀ ਮਿਲਣਾ। ਜੇ 5 ਪਿਆਰਿਆਂ ਨੇ ਬਖਸ਼ਿਸ਼ ਕੀਤੀ ਮੂਲ ਮੰਤਰ ਦੀ, ਗੁਰ ਮੰਤਰ ਦੀ, ਨਿਤਨੇਮ ਦੀ, ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਣ ਦੀ ਹੁਕਮ ਕੀਤੇ, 2 ਟਾਈਮ ਸਹਿਜ ਪਾਠ ਕਰਨਾ, ਅਰਥਾਂ ਦੀ ਵਿਚਾਰ ਕਰਨੀ, ਸੇਵਾ ਕਰਨੀ। ਇਹ 5 ਪਿਆਰਿਆਂ ਦੇ ਰਾਹੀਂ ਸਾਨੂੰ 5 ਕਕਾਰ, 5 ਪਿਆਰੇ, 5 ਬਾਣੀਆਂ, ਰਹਿ ਰਾਸ ਕੀਰਤਨ ਸੋਹਿਲਾ। ਤਾਂ ਇਸੇ ਪ੍ਰਕਾਰ ਨਾਲ ਨਾਲ ਕੁਰੈਤਾਂ ਤੋਂ ਬਚਣਾ ਸੇਫਟੀ ਹੈ ਸਾਡੀ ਉਹਦੇ ਵਿੱਚ, ਕਿਉਂਕਿ ਆਪਾਂ ਸਟਿਲ ਨਹੀਂ ਹਾਂ ਸੰਸਾਰ ਦੇ ਅੰਦਰ। ਨਹਿ ਬਾਰਕ ਨਹਿ ਜੋਬਨ ਨਹਿ ਬਿਰਧੀ ਕਛ ਬੰਦ, ਉਹ ਬੇਰਾ ਨਹਿ ਬੂਝੀਆ ਜੋ ਆਏ ਪਰੈ ਜਮ ਫੰਦ। ਮਹਾਰਾਜ ਕਹਿੰਦੇ ਇਹ ਮੈਂ ਕੋਈ ਗਰੰਟੀ ਨਹੀਂ ਦੇ ਸਕਦਾ ਐਕਸਪਾਇਰੀ ਡੇਟ ਤੇਰੀ ਕਿੰਨੀ ਕੁ ਹੈ, ਕਿਉਂਕਿ ਮਹਾਰਾਜ ਕਹਿੰਦੇ ਨੇ ਮਰਨ ਲਿਖਾਏ ਮੰਡਲ ਮਹਿ ਆਏ, ਮ੍ਰਿਤ ਮੰਡਲ ਜਗ ਸਾਜਿਆ ਜਿਉ ਬਾਲੂ ਘਰ ਬਾਰ। ਇਹ ਕੋਈ ਗਰੰਟੀ ਨਹੀਂ ਹੈ ਕਿ ਪੱਕਾ ਟਾਈਮ ਨਿਸ਼ਚਿਤ ਨਹੀਂ ਹੈ ਕਿ ਇੰਨੇ ਸਮੇਂ ਨੂੰ ਹੀ ਜਾਣਾ। ਸੋ ਇਸ ਕਰਕੇ ਕਹਿੰਦੇ ਨੇ ਉਹ ਸਮਾਂ ਨਿਸ਼ਚਿਤ ਨਾ ਹੋਣ ਕਰਕੇ ਚੌਥੇ ਪਾਤਸ਼ਾਹ ਮਹਾਰਾਜ ਕਹਿੰਦੇ ਹਰ ਜਪਦਿਆਂ ਖਿੰਨ ਢਿੱਲ ਨਾ ਕੀਜੈ ਮੇਰੀ ਜਿੰਦੜੀਏ, ਮਤ ਜਾਪੈ ਸਾਹ ਆਵੈ ਕਿ ਨ ਆਵੈ ਰਾਮ। ਮਹਾਰਾਜ ਕਹਿੰਦੇ ਮੈਂ ਤੇ ਕਹਿੰਦਾ ਵੀ ਵਾਹਿਗੁਰੂ ਕਹਿੰਦੇ ਢਿੱਲ ਨਾ ਲਾਓ। ਲੋਕ ਕਹਿੰਦੇ ਨੇ ਫਲਾਨਾ ਬੰਦਾ ਉਹਨੇ ਜਨਮ ਲਿਆ, ਫਲਾਨੇ ਬੰਦੇ ਨੇ ਉਹਦੀ ਮੌਤ ਹੋਈ ਹੈ, ਉਹ ਚਲਿਆ ਗਿਆ। ਮਹਾਰਾਜ ਸੱਚੇ ਪਾਤਸ਼ਾਹ ਬਖਸ਼ਿਸ਼ ਕਰਕੇ ਕਹਿੰਦੇ ਨੇ ਹਮ ਆਦਮੀ ਹਾਂ ਇੱਕ ਦਮੀ, ਮੋਹਲਤ ਮੋਹਤ ਨਾ ਜਾਣਾ। ਇੱਕ ਦਮੀ ਆਦਮੀ ਹਾਂ। ਆਦਮੀ ਦਾ ਮਤਲਬ ਕੀ ਹੈ? ਆ ਦਮੀ, ਜਦੋਂ ਦਮ ਆ ਗਿਆ ਤਾਂ ਆਦਮੀ ਹੈ, ਦਮ ਨਾ ਆਇਆ ਤਾਂ ਉਦੋਂ ਨਹੀਂ ਹੈ। ਇਸ ਕਰਕੇ ਸਤਿਗੁਰੂ ਬਾਣੀ ਅੰਦਰ ਇਹ ਬਚਨ ਕਰਦੇ ਨੇ ਦਮ ਦਮ ਸਦਾ ਸੰਭਾਲਦਾ, ਦਮ ਨਾ ਬਿਰਥਾ ਜਾਏ। ਕਹਿੰਦੇ ਦਮ ਦਮ ਜਿਹੜਾ ਗੁਰਮੁਖ ਪਿਆਰਾ ਹੁੰਦਾ ਉਹ ਦਮ ਦਮ ਸਦਾ ਸੰਭਾਲਦਾ, ਹਰੇਕ ਦਮ ਦੇ ਨਾਲ, ਹਰੇਕ ਸਵਾਸ ਦੇ ਨਾਲ ਉਹ ਸਦਾ ਯਾਦ ਰੱਖਦਾ। ਦਮ ਨਾ ਬਿਰਥਾ ਜਾਏ, ਇੱਕ ਵੀ ਸਵਾਸ ਉਹਦਾ ਖਾਲੀ ਨਹੀਂ ਜਾਂਦਾ। ਜਬ ਲਗ ਤਾਗਾ ਬਾਹੋਂ ਬੇਹੀ, ਤਬ ਲਗ ਬਿਸਰੈ RAM ਸਨੇਹੀ। ਭਗਤ ਕਬੀਰ ਜੀ ਦੇ ਮਾਤਾ ਜੀ ਕਹਿਣ ਲੱਗੇ ਪੁੱਤਰ ਤੂੰ ਖੱਡੀ ਬੁਣਨੀ ਛੱਡ ਦਿੱਤੀ, ਕੰਮ ਨਹੀਂ ਕਰਦਾ ਹੈ, ਸਾਰਾ ਦਿਨ ਮਾਲਾ ਫੜ ਕੇ ਰਾਮ ਰਾਮ ਕਰਦਾ ਹੈ, ਕੰਮ ਵੀ ਕਰਿਆ ਕਰ। ਕਬੀਰ ਜੀ ਕਹਿੰਦੇ ਜਬ ਲਗ ਤਾਗਾ ਬਾਹੋਂ ਬੇਹੀ, ਨਲਕੀ ਜੀ ਬਣੀ ਹੁੰਦੀ ਉਹਦੇ ਵਿੱਚ ਧਾਗਾ ਰੱਖ ਕੇ ਫੂਕ ਮਾਰਨੀ, ਅੰਦਰ ਨੂੰ ਸਾਹ ਖਿੱਚਣਾ ਹੁੰਦਾ, ਉਹ ਧਾਗਾ ਇਧਰਲੇ ਪਾਸੇ ਆ ਜਾਂਦਾ, ਉਹ ਫੜ ਕੇ ਫਿਰ ਉਹਨਾਂ ਖੱਡੀ ਚਲਾਉਂਦੇ ਨੇ। ਕਹਿੰਦੇ ਜਦੋਂ ਮੈਂ ਮਾਤਾ ਜੀ ਇੱਕ ਵਾਰ ਧਾਗਾ ਖਿੱਚਦਾ ਨਾ ਅੰਦਰ ਨੂੰ ਸਾਹ ਖਿੱਚ ਕੇ, ਮੇਰਾ ਇੱਕ ਸਵਾਸ ਖਰਾਬ ਹੋ ਜਾਂਦਾ ਹੈ। ਕਹਿੰਦੇ ਅਚਰਜ ਏਕ ਭਇਓ ਸੁਨੋ ਦਰਾਨੀ ਸੁਨੋ ਜਠਾਨੀ, ਇਹ ਮੁੰਡਿਆ ਕਿਉਂ ਨਾ ਮੋਇਓ।
ਦਰਾਣੀ ਤੇ ਜਠਾਣੀ ਨੂੰ ਮਾਂ ਨੇ ਉਲਾਂਭਾ, ਇਹ ਮੁੰਡਾ ਜੰਮਦੇ ਹੀ ਮਰ ਜਾਂਦਾ। ਕੰਮਕਾਰ ਦਾ ਕਰਦਾ ਨਹੀਂ ਕੋਈ, ਸਾਰਾ ਦਿਨ ਮਾਲਾ ਫੜ ਕੇ ਰਾਮ ਰਾਮ ਕਰਦਾ। ਸੰਸਾਰ ਫਿਜ਼ੀਕਲੀ ਕੰਮਾਂ ਨੂੰ ਕੰਮ ਮੰਨਦਾ ਹੈ, ਉਹ ਸੰਸਾਰ ਅੰਦਰ ਦੀ ਦਿਲ ਦੀ ਖੋਜ, ਦਿਲ ਮੈਂ ਖੋਜ ਦਿਲੇ ਦਿਲ ਖੋਜੋ, ਇਹੀ ਠੌਰ ਮੁਕਾਮਾ। ਜਿਹੜਾ ਬੰਦਾ ਵਿਹਲਾ ਬੈਠ ਕੇ, ਆਪਾਂ ਵਿਹਲਾ ਮੰਨਦੇ ਉਹਨੂੰ ਵਿਹਲਾ ਬੈਠਾ, ਪਰ ਉਹ ਅੰਤਰੀਵ ਤੌਰ ਤੇ ਯਾਤਰਾ ਸ਼ੁਰੂ ਕੀਤੀ ਹੋਈ ਆ ਉਹਨੇ, ਜ਼ੁਬਾਨ ਦੇ ਨਾਲ ਰਸਨਾ ਗੁਣ ਗੋਪਾਲ ਨਿਤ ਗਾਇਣ, ਰਸਨਾ ਦੇ ਨਾਲ ਉਹ ਗੁਣਾਂ ਨੂੰ ਗਾਇਨ ਕਰ ਰਿਹਾ, ਪ੍ਰਮਾਤਮਾ ਦੇ ਗੁਣਾਂ ਨੂੰ ਗਾਇਨ ਕਰ ਰਿਹਾ। ਸੋ ਇਸ ਕਰਕੇ ਕਹਿੰਦੀ ਇਹ ਮੁੰਡਿਆ ਕਿਉਂ ਨਾ ਮੋਇਓ, ਜਬ ਤੇ ਮਾਲਾ ਲਈ ਨਿਪੂਤੇ ਤਬ ਤੇ ਸੁੱਖ ਨਾ ਪਇਓ। ਜਦ ਹੀ ਨਿਪੁੱਤੇ ਨੇ ਮਾਲਾ ਫੜੀ ਹੈ, ਘਰੇ ਤਾਂ ਸੁੱਖ ਹੀ ਨਹੀਂ ਹੋਇਆ ਕਦੇ। ਕਾਹਦਾ? ਪੈਸਿਆਂ ਦਾ। 4 ਪੈਸੇ ਆਉਂਦੇ ਸੀ, ਕੰਮ ਕਰਦਾ ਸੀ। ਪਰ ਕਬੀਰ ਕਹਿੰਦੇ ਨੇ ਮਾਤਾ, ਇਹ ਸੰਸਾਰੀ ਸੁੱਖਾਂ ਲਈ ਤਾਂ ਇਨਸਾਨ ਮਰਨ ਦੇ ਦਮ ਤੱਕ ਕੋਸ਼ਿਸ਼ ਕਰਦਾ, ਪਰ ਮੈਂ ਉਹ ਦੁੱਖ ਨੂੰ ਦੂਰ ਕਰ ਰਿਹਾ ਜਿਹੜਾ ਮਰਨ ਤੋਂ ਬਾਅਦ ਆਉਣਾ। ਜਿਸ ਮਰਨੇ ਤੇ ਜਗ ਡਰੈ, ਮੇਰਾ ਮਨ ਆਨੰਦ, ਮਰਨੇ ਹੀ ਤੇ ਪਾਈਐ ਪੂਰਨ ਪਰਮਾਨੰਦ। ਪੂਰਨ ਪਰਮਾਨੰਦ ਮਰਨ ਤੋਂ ਅਸਲ ਵਿੱਚ ਬਾਅਦ ਆਉਂਦਾ। ਕਿਉਂ? ਜਿਉਂਦੇ ਜੀ ਆ ਸਾਰੇ ਇੰਦਰੀਆਂ ਚੋਂ ਗੰਦਗੀ ਹੀ ਨਿਕਲਦੀ। ਮਹਾਰਾਜ ਕਹਿੰਦੇ ਨੇ ਇਸ ਕਰਕੇ ਜਿਉਂਦੇ ਜੀ ਕਈ ਜੰਜਾਲ ਨੇ ਇਨਸਾਨ ਨੂੰ, ਮਰਨ ਤੋਂ ਬਾਅਦ ਸਤਿਗੁਰ ਕਿਰਪਾ ਕਰਦੇ ਨੇ, ਜਿੰਨੇ ਬੰਧਨ ਹੁੰਦੇ ਨੇ ਸਾਰੇ ਕੱਟੇ ਜਾਂਦੇ ਨੇ। ਕਿਉਂਕਿ ਆਪਾਂ ਜਿਸ ਘਰ 'ਚ ਜਨਮ ਲਿਆ, ਜਾਂ ਤਾਂ ਉਹਨਾਂ ਦਾ ਦੇਣਾ ਜਾਂ ਉਹਨਾਂ ਤੋਂ ਲੈਣਾ ਹੁੰਦਾ। ਕੋਈ ਆਪਣੇ ਘਰ ਬਾਲਕ ਆਉਂਦਾ, ਉਹਨੇ ਲੈਣਾ ਹੁੰਦਾ। ਇਹ ਸਭ ਦੇਣ ਲੈਣ ਦੀਆਂ ਖੇਡਾਂ ਚੱਲ ਰਹੀਆਂ। ਜੋਗ ਵਿਜੋਗ ਦੋਏ ਕਾਰ ਚਲਾਵੈ, ਲੇਖੇ ਆਵੈ ਭਾਗ। ਇਹ ਸੰਜੋਗ ਤੇ ਵਿਜੋਗ ਹੀ ਤੁਰਿਆ ਆਉਂਦਾ ਆਪਣਾ ਸ਼ੁਰੂ ਤੋਂ ਲੈ ਕੇ। ਇਸ ਕਰਕੇ ਆਪਾਂ ਇੱਕ ਦੂਜੇ ਦੇ ਦੇਣ ਲੈਣ ਤੇ ਤੁਰੇ ਰਹਿੰਦੇ ਹਾਂ। ਔਰ ਮਹਾਰਾਜ ਅੱਗੇ ਬੇਨਤੀ ਕਰੀਏ, ਸਤਿਗੁਰੂ ਕਿਰਪਾ ਕਰੋ, ਸਤਿਗੁਰ ਸਿੱਖ ਕੇ ਬੰਧਨ ਘਟ ਹੈ, ਗੁਰ ਕਾ ਸਿੱਖ ਵਿਕਾਰ ਤੇ ਹਟ ਹੈ। ਸਤਿਗੁਰ ਸਿੱਖ ਕੋ ਨਾਮ ਧਨ ਦੇ, ਗੁਰ ਕਾ ਸਿੱਖ ਬੜ ਭਾਗੀ ਹੈ। ਸਤਿਗੁਰ ਸਿੱਖ ਕਾ ਹਲਤ ਪਲਤ ਸਵਾਰੈ ਨਾਨਕ, ਸਤਿਗੁਰ ਸਿੱਖ ਕੋ ਜੀ ਨਾਲ ਸਮਾਰੈ। ਗੁਰ ਕੈ ਗ੍ਰਹਿ ਸੇਵਕ ਜੋ ਰਹਿ, ਗੁਰ ਕੀ ਆਗਿਆ ਮਨ ਮਹਿ ਸਹੈ। ਗੁਰੂ ਦੀ ਆਗਿਆ ਨੂੰ ਮਨ ਦੇ ਸਹੈ ਸਹਾਰ ਨਾ ਕਰੇ। ਸਹਾਰੀ ਨਹੀਂ ਜਾਂਦੀ ਹੁੰਦੀ ਆਗਿਆ। ਗੁਰੂ ਕਹਿੰਦੇ ਨੇ ਇੱਧਰ ਨੂੰ ਜਾਣਾ, ਉਹ ਕਹਿੰਦਾ ਮੈਂ ਇੱਧਰ ਨੂੰ ਜਾਣਾ। ਸਤਿਗੁਰੂ ਕਹਿੰਦੇ ਜਦ ਤੱਕ ਤੂੰ ਮੇਰੀ ਰਜ਼ਾ 'ਚ ਨਹੀਂ ਆਉਂਦਾ, ਮੈਂ ਕਹਿੰਦਾ ਇੱਧਰ ਨੂੰ ਜਾਣਾ, ਤਾਂ ਤੂੰ ਇੱਧਰ ਨੂੰ ਹੀ ਚੱਲਣਾ ਹੋਊਗਾ। ਤੇ ਤੂੰ ਆਪਣੀ ਮੱਤ ਛੱਡ, ਤੂੰ ਗੁਰਮੱਤ ਫਿਰ ਕੀ ਹੋਈ? ਜਦੋਂ ਤੱਕ ਆਸਾ ਮਨਮੱਤ ਹੈ ਸਾਡੇ ਅੰਦਰ, ਉਦੋਂ ਤੱਕ ਆਪਾਂ ਖੱਬੇ ਨੂੰ ਹੀ ਤੁਰੇ ਜਾਣਾ। ਤਾਂ ਜਦੋਂ ਆਪਾਂ ਗੁਰਮਤਿ ਦੇ ਅਧੀਨ ਹੋ ਕੇ ਚੱਲ ਪਏ, ਤਾਂ ਆਪਾਂ ਗੁਰੂ ਦੇ ਅਧੀਨ ਹੋ ਕੇ ਚੱਲ ਪਏ, ਤਾਂ ਗੁਰੂ ਦੀ ਆਗਿਆ ਵਿੱਚ ਹੀ, ਆਗਿਆ ਸਮ ਨਹੀਂ ਸਾਹਿਬ ਸੇਵਾ। ਹੁਣ ਸੇਵਾ ਦਾ ਆਪਣਾ ਜ਼ਿਕਰ ਚੱਲ ਰਿਹਾ, ਆਗਿਆ ਸਮ ਨਹੀਂ ਸਾਹਿਬ ਸੇਵਾ। ਤੁਸੀਂ ਕਹਿੰਦੇ ਹੋ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਸੇਵਾ ਕਰਦੇ ਹਾਂ। ਮਹਾਰਾਜ ਕਹਿੰਦੇ ਨੇ ਜਿਹੜੀ ਸੇਵਾ ਹੈ ਇਹ ਆਗਿਆ ਮੰਨ ਲੈਣੀ ਹੀ ਸੇਵਾ ਹੁੰਦੀ। ਜੇ ਅਸੀਂ ਆਗਿਆ ਤੋਂ ਬਾਹਰ ਚੱਲਦੇ ਹਾਂ, ਇਹ ਕੋਈ ਸੇਵਾ ਨਹੀਂ ਹੈ। ਆਗਿਆ ਕਿਵੇਂ ਪਾਈਏ? ਮੱਥਾ ਟੇਕ ਲਿਆ, ਹੁਣ ਪ੍ਰਸ਼ਾਦ ਲੈ ਲਿਆ, ਥੱਲੇ ਲੰਗਰ ਛਕ ਲਿਆ, ਸੋ ਨਿਤਨੇਮ ਸ਼ਰਵਣ ਕੀਤਾ। ਇਹ ਗੱਲ ਧਿਆਨ ਵਿੱਚ ਲਿਆਓ ਕਿ ਗੁਰੂ ਗ੍ਰੰਥ ਸਾਹਿਬ ਦਾ ਪਾਠ, ਸਹਿਜ ਪਾਠ ਲਿਖਿਆ ਹੁੰਦਾ, ਸਹਿਜ ਪਾਠ ਕਰੀਏ ਤੇ ਵਿਚਾਰੀਏ। ਹੁਣ ਜੇ ਆਪਾਂ ਵਿਚਾਰ ਨਹੀਂ ਸਕਦੇ ਤਾਂ ਆਪਾਂ ਗੁਰੂ ਗ੍ਰੰਥ ਸਾਹਿਬ ਦੀਆਂ ਪੋਥੀਆਂ ਲਿਆਈਏ, ਸਟੀਕ ਲੈ ਕੇ ਆਈਏ ਤੇ ਕੱਲਾ ਕੱਲਾ ਉਹ ਵਿਚਾਰ ਕਰੀਏ ਅੱਖਰ ਤੇ। ਹੁਣ ਤੁਸੀਂ ਕਹੋ ਸਾਡੇ ਕੋਲ ਟਾਈਮ ਨਹੀਂ, ਤਾਂ ਅਸੀਂ ਕੀ ਕੀਤਾ, 3 ਸਾਲ ਲਾ ਕੇ USA ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਸਾਰੀ ਕਥਾ ਹੀ ਰਿਕਾਰਡ ਕਰ ਦਿੱਤੀ। ਉਹਦੀਆਂ ਹੁਣ ਸਿਰਫ 2 DVDਆਂ ਬਣੀਆਂ ਤੇ 14 ਜਿਹੜੀਆਂ ਹੈਗੀਆਂ ਉਹਦੀਆਂ ਬਣੀਆਂ MP3। gurbaniupadesh.org, ਸੋ www.radioamritbani.com UK, www.amritbanitv ਸੋ .uk.com ਹੈ ਜਿਹੜੀ, ਇੱਥੇ ਹੁਣ ਆਪਾਂ ਦੇਖ ਸਕਦੇ ਸਾਰਾ ਕੁਝ। ਆਈਓ ਅਸੀਂ ਇਹ ਉਪਰਾਲਾ ਕੀਤਾ ਵੀ ਅੱਜ ਦਾ ਯੁੱਗ
ਮੀਡੀਆ ਦਾ ਯੁੱਗ ਹੈ। ਅੱਜ ਦੇ ਯੁੱਗ ਵਿੱਚ ਜਿਹੜੀਆਂ ਚੀਜ਼ਾਂ ਜਿੱਥੋਂ ਹੋਮਿਓਪੈਥੀ ਦੇ ਸਿਧਾਂਤ ਮੁਤਾਬਕ ਬਿਮਾਰੀ ਆਰੰਭ ਹੁੰਦੀ ਹੈ, ਹੋਮਿਓਪੈਥੀ ਕਹਿੰਦੀ ਦਵਾਈ ਉੱਥੋਂ ਹੀ ਬਿਮਾਰੀ ਹਟਦੀ, ਜਿੱਥੋਂ ਸ਼ੁਰੂ ਹੁੰਦੀ ਉੱਥੋਂ ਹੀ ਹਟਦੀ। ਟੀਵੀ ਨਾਲ ਹੀ ਦੁਨੀਆ ਵਿਗੜੀ ਸੀ ਤੇ ਟੀਵੀ ਨਾਲ ਹੀ ਸੁਧਾਰ ਕਰ ਸਕਦੇ। ਕਿਉਂ? ਹਰ ਇੱਕ ਦਾ ਰਸ ਬਣ ਗਿਆ ਅੱਖਾਂ ਦਾ, ਮੈਂ ਟੀਵੀ ਦੇਖਣਾ, ਤੇ ਆਪਾਂ ਫਿਰ ਟੀਵੀ ਦੇ ਵਿੱਚ ਹਰਿਮੰਦਰ ਸਾਹਿਬ ਦਾ ਕੀਰਤਨ ਆ ਰਿਹਾ, ਕੀਰਤਨ ਹੁੰਦਾ, ਹੋਰ ਬਹੁਤ ਕੁਝ ਹੁੰਦਾ। ਅਸੀਂ 24 ਘੰਟੇ ਹੀ ਕੀਰਤਨ ਸ਼ੁਰੂ ਕੀਤਾ, ਕੀਰਤਨ ਹੀ ਕੀਰਤਨ, ਨਿਤਨੇਮ, ਟਾਈਮ ਅਨੁਸਾਰ। ਇਹ ਸਾਰਾ ਕੁਝ ਤਾਂ ਕੀਤਾ ਤਾਂ ਕਿ ਸੰਸਾਰ ਦੇ ਅੰਦਰ ਗੁਰੂ ਦੇ ਸਿਧਾਂਤ ਤੋਂ ਉਲਟ ਬਹੁਤ ਕੰਮ ਹੋ ਰਹੇ ਨੇ। ਲੋਕੀ ਗਾਣੇ, ਫਿਲਮਾਂ, ਸੀਰੀਅਲ, ਇੱਧਰਲੀਆਂ ਉੱਧਰਲੀਆਂ ਗੱਲਾਂ, ਉਹ ਨਹੀਂ ਜਾਣਦੇ ਕਿ ਅਸੀਂ ਕੀ ਕੰਡੇ ਬੀਜ ਰਹੇ। ਉਹਨਾਂ ਦਾ ਪ੍ਰਭਾਵ ਮਨ ਦੇ ਉੱਤੇ ਬੜਾ ਭੈੜਾ ਪੈਂਦਾ। ਹੌਲੀ 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 ਪਹਿਲਾਂ ਹੀ ਬੜੀ ਮੈਲ ਲੱਗੀ ਹੋਈ, ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ, ਕਾਲਾ ਹੋਆ ਸਿਆ। ਖੰਦਲੀ ਧੋਤੀ ਉਜਲੀ ਨਾ ਹੋਵੇ, ਜੇ 100 ਧੋਵਣ ਪਾਹੁ। ਮਹਾਰਾਜ ਪੰਜਵੇਂ ਪਾਤਸ਼ਾਹ ਕਹਿੰਦੇ ਗੁਰ ਪੂਰੈ ਮੇਰੀ ਰਾਖ ਲਈ। ਕਿਵੇਂ? ਅੰਮ੍ਰਿਤ ਨਾਮ ਹਿਰਦੈ ਮਹਿ ਦੀਨੋ, ਜਨਮ ਜਨਮ ਕੀ ਮੈਲ ਗਈ। ਜਦੋਂ ਅੰਮ੍ਰਿਤ ਨਾਮ ਹਿਰਦੈ ਮਹਿ ਦੀਨੋ, ਜਦੋਂ ਹਿਰਦੇ 'ਚ ਨਾਮ ਵਸਦਾ ਤੇ ਨਾਮ ਨੂੰ ਵਸਾਉਣ ਲਈ ਬੜੀ ਮਿਹਨਤ ਕਰਨੀ ਪੈਂਦੀ। ਨਾਮ ਇੱਕ ਵਾਰ ਕਿਹਾ ਵਾਹਿਗੁਰੂ ਹਿਰਦੇ 'ਚ ਵਸਦਾ ਨਹੀਂ ਹੈ, ਬਾਰ-ਬਾਰ, ਕਿਉਂਕਿ ਅਮੋੜ ਹੈ ਸਾਡਾ ਮਨ। ਮਨ ਸਾਡਾ 24 ਘੰਟੇ ਬਾਹਰ ਹੀ ਰਹਿੰਦਾ ਹੈ। ਤਾਈਓ ਸਤਿਗੁਰੂ ਕਹਿੰਦੇ ਨੇ ਨਿਜ ਘਰ ਮਹਿਲ ਪਾਵੋ ਸੁਖ ਸਹਿਜੇ, ਬਾਹਰ ਨਾ ਹੋਏਗੋ ਫੇਰਾ। ਆਪਣੇ ਨਿਜ ਘਰ ਵਿੱਚ ਵਾਪਸ ਆਓ, ਮਨ ਪਰਦੇਸੀ ਵੇ ਪਿਆਰੇ ਆਓ ਘਰੇ। ਮਨ ਬਾਹਰ ਗਿਆ ਹੋਇਆ। ਕੋਈ ਬੱਚਾ ਬਾਹਰ ਬੱਚਿਆਂ ਨਾਲ ਖੇਡਦਾ, ਮਾਤਾ ਖੜ ਕੇ ਆਵਾਜ਼ ਮਾਰਦੀ ਆ ਜਾ ਆ ਜਾ, ਉਹ ਸੁਣਦਾ ਹੀ ਨਹੀਂ। ਉਹ ਕਹਿੰਦੇ ਗੇਮ ਦੇ ਵਿੱਚ ਇੰਨਾ ਮਸਤ ਹੈ ਇਹ, ਮਾਂ ਦੀ ਗੱਲ ਵੀ ਨਹੀਂ ਸੁਣਦਾ, ਪਿਤਾ ਦੀ ਵੀ ਨਹੀਂ ਸੁਣਦਾ। ਉਹਨੂੰ ਜਾ ਕੇ ਡੌਲੇ ਤੋਂ ਫੜ ਕੇ ਬਾਂਹ ਤੋਂ ਲੈ ਕੇ ਇੱਧਰ ਆ, ਘਰ ਨਹੀਂ ਆਉਣਾ, ਹਨੇਰਾ ਕਰ ਦਿੱਤਾ। ਮਹਾਰਾਜ ਕਹਿੰਦੇ ਮਨ ਨੂੰ ਆਪਾਂ ਬਾਰ-ਬਾਰ ਪ੍ਰੇਰਣਾ ਦੇ ਕੇ, ਸੇਵਾ ਕਰਕੇ, ਅਰਦਾਸਾਂ ਕਰਕੇ, ਬਾਣੀ ਪੜ੍ਹ ਕੇ, ਸ਼ਬਦ ਦੀ ਵਿਚਾਰ ਕਰਕੇ, ਵਾਹਿਗੁਰੂ ਕਹਿ ਕੇ, ਤੇ ਵਾਹਿ ਨਾਮ ਅਚਰਜ ਦਾ, ਗੋ ਨਾਮ ਅਗਿਆਨ ਦਾ, ਹਨੇਰਾ ਰੂ ਨਾਮ ਪ੍ਰਕਾਸ਼ ਦਾ, ਮੂਲ ਮੰਤਰ ਦਾ ਪਾਠ ਕਰਕੇ, ਗੁਰਬਾਣੀ ਪੜ੍ਹਦੇ ਹੋਏ ਆਪਣੇ ਮਨ ਨੂੰ, ਮਨ ਦੇ ਜਿੱਥੇ ਨਿਜ ਘਰ ਹੈ ਅੰਦਰ ਹਿਰਦੇ ਦੇ ਵਿੱਚ ਇਹਦਾ ਵਾਸਾ ਹੁੰਦਾ। ਜਿਸ ਦਿਨ ਆਪਣਾ ਮਨ ਵਾਪਸ ਨਿਜ ਘਰ ਵਿੱਚ ਆ ਗਿਆ, ਉਦੋਂ ਤੁਹਾਡੀ ਜ਼ੁਬਾਨ ਤੇ ਰਸ ਆਉਣਾ, ਉਦੋਂ ਇਕਾਗਰਤਾ ਬਣਨੀ ਹੈ। ਉਹ ਬਚਨ ਹੋਣਾ ਕਿ ਆਤਮ ਰਸ ਜੇ ਜਾਨ ਹੀ ਸੋ ਹੈ ਖਾਲਸ ਦੇਵ, ਪ੍ਰਭ ਮੈਂ ਮੋਹ ਮੈਂ ਤਾਸ ਮੈਂ ਰੰਚਕ ਨਾਹੀ ਭੇਵ। ਇਹ ਗੁਰੂ ਦੀ ਸੇਵਾ ਹੱਥਾਂ ਨਾਲ ਕਰੀਏ, ਪੈਰਾਂ ਨਾਲ ਤੁਰ ਕੇ ਆਉਨੇ ਆ। ਚੌਰ ਸਾਹਿਬ ਦੀ ਸੇਵਾ, ਲੰਗਰ ਦੀ ਸੇਵਾ, ਸਾਰੀ ਸੇਵਾ ਕਰਕੇ ਗੁਰੂ ਦੀ ਮਾਣ ਪ੍ਰਾਪਤ ਕਰੀਏ। ਮਹਾਰਾਜ ਕਹਿੰਦੇ ਨੇ ਜਿਨ ਸੇਵਿਆ ਤਿਨ ਪਾਇਆ ਮਾਨ, ਨਾਨਕ ਗਾਵੀਐ ਗੁਣੀ ਨਿਧਾਨ। ਗਾਵੀਐ ਮੂੰਹ ਨਾਲ, ਸੁਣੀਐ ਕੰਨਾਂ ਨਾਲ, ਮਨ ਰੱਖੀਐ ਭਾਉ ਹਿਰਦੇ 'ਚ, ਦੁੱਖ ਪਰ ਹਰ ਸੁੱਖ ਕਰ ਲੈ ਜਾਏ। ਇਉਂ ਆਪਾਂ ਗੁਰੂ ਦੀ ਸੇਵਾ ਕਰਕੇ ਮਾਣ, ਇੱਜ਼ਤ, ਸਤਿਕਾਰ ਪ੍ਰਾਪਤ ਕਰੀਏ, ਲੋਕ ਤੇ ਪਰਲੋਕ ਸੁਹੇਲਾ ਕਰੀਏ। ਇਹ ਸਤਿਗੁਰੂ ਨੇ ਬਖਸ਼ਿਸ਼ ਕੀਤੀ ਆਪਣੇ ਤੇ, ਔਰ ਸਮਾਂ ਆਪਣਾ ਸੰਪੂਰਨ ਹੈ। 1 ਮਿੰਟ ਆਪਾਂ ਫਿਰ ਨਾਮ ਦੇ ਵਿੱਚ ਜੁੜੀਏ, ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ। ਜੋ ਉਪਦੇਸ਼ ਮਿਲਿਆ ਉਹਨੂੰ ਕਮਾ ਲਈਏ ਇੱਥੇ ਬੈਠ ਕੇ। 4 ਵਾਰੀ ਦਾਸ ਬੋਲੂਗਾ, 4 ਵਾਰੀ ਆਪਨੇ ਬੋਲਣਾ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਧੰਨ ਵਾਹਿਗੁਰੂ। ਵਾਹਿਗੁਰੂ
ਧੰਨ ਵਾਹਿਗੁਰੂ। ਸੋ ਇਸ ਤਰ੍ਹਾਂ ਸਾਧ ਸੰਗਤ ਜੋ ਬੀਜਿਆ ਹੈ ਹੁਣ ਇਸੇ ਨਹੀਂ ਹਰਾ ਹੋ ਜਾਣਾ। ਬੀਜਿਆ ਹੈ ਨਾਮ ਬੀਜ ਸੰਤੋਖ ਸੁਹਾਗਾ ਰੱਖ ਗਰੀਬੀ ਵੇਸ। ਮਹਾਰਾਜ ਨੇ ਕਿਰਪਾ ਕੀਤੀ ਹੈ। ਸਮਾਂ ਸਮਾਪਤ ਹੈ। ਭੁੱਲਾਂ ਚੁੱਕਾਂ ਦੀ ਸਾਰੀ ਸੰਗਤ ਨੇ ਮਾਫੀ ਬਖਸ਼ਣੀ। ਪਿਆਰ ਸਤਿਕਾਰ ਨਾਲ ਫਤਿਹ ਉਚਾਰਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।